ਸਤਿ ਸ਼੍ਰੀ ਅਕਾਲ ਜੀ। ਮੈਂ ਡਾਕਟਰ ਸੁਖਦੀਪ ਸਿੰਘ ਝਾਵਰ, ਸੀਨੀਅਰ ਕੰਸਲਟੈਂਟ ਡਿਪਾਰਟਮੈਂਟ ਆਫ ਨਿਊਰੋ ਸਰਜਰੀ ਤੇ ਨਿਊਰੋਵੈਸਕੂਲਰ ਇੰਟਰਵੈਂਸ਼ਨ, ਸਤਿਗੁਰ ਪ੍ਰਤਾਪ ਸਿੰਘ ਹਸਪੀਟਲ ਲੁਧਿਆਣਾ। ਅੱਜ ਅਸੀਂ ਤੁਹਾਡੇ ਵਿੱਚ ਆਏ ਹਾਂ ਕੁਝ ਬਹੁਤ ਹੀ ਇੰਪੋਰਟੈਂਟ ਮੈਸੇਜ ਲੈ ਕੇ, ਤੇ ਇੱਕ ਅਸੀਂ ਬਹੁਤ ਹੀ ਵਿਆਪਕ ਤੌਰ ਤੇ ਇੱਕ ਨਵਾਂ ਕੈਂਪੇਨ ਸ਼ੁਰੂ ਕਰ ਰਹੇ ਹਾਂ ਸਟ੍ਰੋਕ ਵਾਸਤੇ। ਸਟ੍ਰੋਕ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ, ਕਿ ਇੱਕ ਬਹੁਤ ਹੀ ਮੇਜਰ ਪ੍ਰੋਬਲਮ ਹੈ, ਮੇਜਰ ਬਰਡਨ ਹੈ। ਇੱਕ ਬਰਡਨ ਹੈ ਫੈਮਿਲੀ ਤੇ, ਇੱਕ ਮਰੀਜ਼ ਤੇ ਵੀ ਬਰਡਨ ਹੈ, ਤੇ ਐਜ਼ ਏ ਸੋਸਾਇਟੀ ਜਾਂ ਨੇਸ਼ਨ ਵੀ ਇੱਕ ਬਹੁਤ ਵੱਡਾ ਬਰਡਨ ਹੈ। ਸੋ ਇਹ ਪ੍ਰੋਬਲਮ ਬਹੁਤ ਚਿਰ ਤੋਂ ਇੱਕ ਖਾਸ ਤਰੀਕੇ ਨਾਲ ਐਡਰੈਸ ਨਹੀਂ ਕੀਤੀ ਜਾ ਰਹੀ ਸੀ। ਸੋ ਸਾਡਾ ਹੁਣ ਮਕਸਦ ਹੈ ਕਿ ਅਸੀਂ ਇੱਕ ਬਹੁਤ ਹੀ, ਕਹਿ ਲਓ ਕਿ ਬਹੁਤ ਹੀ ਕੰਪਰੀਹੈਂਸਿਵ ਤੇ ਬਹੁਤ ਹੀ ਵੱਡੇ ਲੈਵਲ ਤੇ ਇੱਕ ਅਸੀਂ ਮਾਸ ਅਵੇਅਰਨੈਸ ਕੈਂਪੇਨ ਲਾਂਚ ਕਰ ਰਹੇ ਹਾਂ, ਜਿਹਦੇ ਵਿੱਚ ਅਸੀਂ ਚਾਹਾਂਗੇ ਕਿ ਇਹ ਮੈਸੇਜ ਸਾਡਾ ਘਰ ਘਰ ਜਾਵੇ ਤੇ ਹਰੇਕ ਨਾਗਰਿਕ ਕੋਲ ਇਹ ਮੈਸੇਜ ਆਵੇ ਕਿ ਇਹ ਬਿਮਾਰੀ ਹੁਣ ਲਾ ਇਲਾਜ ਨਹੀਂ ਹੈ, ਇਹਦਾ ਇਲਾਜ ਹੈ। ਜੇ ਟਾਈਮ ਸਿਰ ਇਹਦਾ ਇਲਾਜ ਕੀਤਾ ਜਾਵੇ ਤਾਂ ਮਰੀਜ਼ ਨੂੰ ਠੀਕ ਕੀਤਾ ਜਾ ਸਕਦਾ, ਉਹਨੂੰ ਵਾਪਸ ਸੋਸਾਇਟੀ ਦਾ ਅੰਗ ਬਣਨ ਦਾ ਮੌਕਾ ਦਿੱਤਾ ਜਾ ਸਕਦਾ, ਤੇ ਉਹ ਇੱਕ ਨਾਰਮਲ ਜ਼ਿੰਦਗੀ ਬਿਤਾ ਸਕਦਾ। ਜੋ ਆਪਣੇ ਮਨ 'ਚ ਧਾਰਨਾਵਾਂ ਸੀ ਇਹਨੂੰ ਲੈ ਕੇ ਸਟ੍ਰੋਕ ਬਾਰੇ, ਜੋ ਆਪਣੇ ਮਨ 'ਚ ਕਈ ਸ਼ਿਕਵੇ ਕਹਿ ਲਓ ਜਾਂ ਜੋ ਆਸ਼ੰਕਾਵਾਂ ਸੀਗੀਆਂ, ਉਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ। ਤੇ ਤੁਹਾਨੂੰ ਇੱਕ ਬੇਸਿਕ ਤੌਰ 'ਤੇ ਦੱਸਣਾ ਚਾਹਾਂਗੇ ਕਿ ਤੁਸੀਂ ਕਿਸ ਤਰ੍ਹਾਂ ਇਸ ਮਰੀਜ਼ ਨੂੰ ਆਪਾਂ ਮਦਦ ਪਹੁੰਚਾ ਸਕਦੇ ਹਾਂ, ਤੇ ਕਿਸ ਤਰ੍ਹਾਂ ਐਜ਼ ਏ ਹਸਪੀਟਲ, ਐਜ਼ ਏ ਇੰਸਟੀਟਿਊਟ, ਅਸੀਂ ਕਿਸ ਤਰ੍ਹਾਂ ਇਹਨਾਂ ਪੇਸ਼ੈਂਟਸ ਜੋ ਬਿਲਕੁਲ ਹੀ ਤੰਗ ਨੇ, ਇਹਨਾਂ ਨੂੰ ਅਸੀਂ ਹੈਲਪ ਕਰ ਸਕਦੇ ਹਾਂ। ਸਟ੍ਰੋਕ, ਜੋ ਕਿ ਆਪਣੇ ਆਪ 'ਚ ਹੀ ਇੱਕ ਬਹੁਤ ਹੀ ਕਹਿ ਲਓ ਕਿ ਬਹੁਤ ਹੀ ਸੀਰੀਅਸ ਵਰਡ ਹੈ, ਤੇ ਬਹੁਤ ਹੀ ਸੀਰੀਅਸ ਪ੍ਰੋਬਲਮ ਦੇ ਨਾਲ ਜੋੜਿਆ ਜਾਂਦਾ, ਜਿਹਨੂੰ ਅਸੀਂ ਆਮ ਭਾਸ਼ਾ 'ਚ ਅਧਰੰਗ ਵੀ ਕਹਿ ਲੈਂਦੇ ਹਾਂ, ਜਾਂ ਲਕਵਾ ਕਹਿ ਲੈਂਦੇ ਹਾਂ, ਜਾਂ ਕਹਿ ਲੈਂਦੇ ਜੀ ਪਾਸਾ ਰੁਕ ਗਿਆ, ਕਮਜ਼ੋਰੀ ਹੋ ਗਈ। ਸੋ ਇਹ ਕਈ ਤਰ੍ਹਾਂ ਨਾਲ ਪ੍ਰੈਜ਼ੈਂਟ ਕਰ ਸਕਦਾ, ਤੇ ਇਹਦੇ ਕਈ ਤਰ੍ਹਾਂ ਦੇ ਸਰੀਰ 'ਤੇ ਅਸਰ ਹੋ ਸਕਦੇ ਆ। ਸੋ ਬੇਸਿਕਲੀ ਪਹਿਲਾਂ ਆਪਾਂ ਗੱਲ ਕਰੀਏ ਸਟ੍ਰੋਕ ਹੁੰਦਾ ਕੀ ਹੈ। ਸੋ ਸਟ੍ਰੋਕ ਜਾਂ ਅਧਰੰਗ ਬੇਸਿਕਲੀ ਇੱਕ ਬ੍ਰੇਨ ਨਾਲ ਰਿਲੇਟਡ ਪ੍ਰੋਬਲਮ ਆ। ਸੋ ਦਿਮਾਗ ਦੀ ਜਦੋਂ ਦਿਮਾਗ ਨੂੰ ਖੂਨ ਦੀਆਂ ਨਾੜੀਆਂ ਖੂਨ ਲੈ ਕੇ ਜਾ ਰਹੀਆਂ, ਉਹਨਾਂ ਵਿੱਚ ਕਿਸੇ ਤਰ੍ਹਾਂ ਦੀ ਵੀ ਰੁਕਾਵਟ ਆ ਜਾਵੇ, ਨਾੜੀ ਬੰਦ ਹੋ ਜਾਵੇ, ਨਾੜੀ ਫਟ ਜਾਵੇ, ਜਿਹਦੇ ਕਰਕੇ ਦਿਮਾਗ ਦੀ ਬਲੱਡ ਸਪਲਾਈ ਇਫੈਕਟ ਹੋ ਰਹੀ ਹੈ, ਦਿਮਾਗ ਨੂੰ ਬਲੱਡ ਸਪਲਾਈ ਨਹੀਂ ਮਿਲ ਰਹੀ, ਉਹਦੇ ਕਰਕੇ ਦਿਮਾਗ ਦੇ ਉਹ ਸੈੱਲ ਡੈੱਡ ਹੋ ਜਾਂਦੇ। ਜਦੋਂ ਉਹ ਸੈੱਲ ਡੈੱਡ ਹੋ ਜਾਂਦੇ ਆ, ਉਸ ਸੈੱਲ ਦੇ ਡੈੱਡ ਹੋਣ ਕਰਕੇ ਜਿਹੜੀ ਬਾਡੀ ਦਾ ਉਹ ਏਰੀਆ ਕੰਟਰੋਲ ਕਰ ਰਿਹਾ, ਬਾਡੀ ਦੇ ਉਸ ਹਿੱਸੇ 'ਤੇ ਵੀ ਅਸਰ ਪੈਂਦਾ। ਜਿੱਦਾਂ ਉਹ ਹੱਥ ਦਾ ਕੰਟਰੋਲ ਤੇ ਕਰ ਰਿਹਾ, ਜੇ ਉਹ ਏਰੀਆ ਡੈੱਡ ਹੋ ਗਿਆ ਤਾਂ ਬੰਦੇ ਦਾ ਹੱਥ ਕਮਜ਼ੋਰ ਹੋ ਜਾਂਦਾ। ਜੇ ਉਹ ਅੱਖਾਂ 'ਤੇ ਅਸਰ ਹੋ ਗਿਆ ਤਾਂ ਉਹਦੀ ਨਿਗਾਹ ਜਾ ਸਕਦੀ ਹੈ। ਜੇ ਜ਼ੁਬਾਨ 'ਤੇ ਅਸਰ ਹੋ ਗਿਆ, ਉਹਦੀ ਸਪੀਚ ਜਾ ਸਕਦੀ ਹੈ। ਸੋ ਇਹ ਬਲੱਡ ਸਪਲਾਈ ਨਾ ਮਿਲਣ ਕਰਕੇ ਬ੍ਰੇਨ ਦਾ ਜਿਹੜਾ ਏਰੀਆ ਡੈੱਡ ਹੋ ਜਾਵੇ, ਉਹਦੇ ਏਰੀਏ 'ਤੇ ਇਫੈਕਟ ਹੋਣ ਕਰਕੇ ਉਹਨੂੰ ਲਕਵਾ ਜਾਂ ਜੋ ਕਹਿ ਲਓ ਪੈਰਾਲਿਸਿਸ ਹੋ ਸਕਦਾ। ਜੇ ਕਦੀ ਨਾੜੀ ਫਟ ਜਾਵੇ ਜਾਂ ਬਹੁਤ ਜ਼ਿਆਦਾ ਬ੍ਰੇਨ ਹੈਮਰੇਜ ਹੋ ਜਾਵੇ, ਤਾਂ ਉਹ ਪੇਸ਼ੈਂਟ ਕੋਮਾ 'ਚ ਵੀ ਜਾ ਸਕਦਾ। ਸੋ ਬੇਸਿਕ ਪ੍ਰੋਬਲਮ ਹੈ ਖੂਨ ਦੀ ਨਾੜੀਆਂ ਦੀ ਪ੍ਰੋਬਲਮ ਹੈ, ਜਿਹੜੀਆਂ ਹਾਰਟ ਤੋਂ ਬ੍ਰੇਨ ਨੂੰ ਖੂਨ ਲੈ ਕੇ ਜਾ ਰਹੀਆਂ। ਸੋ ਹੁੰਦਾ ਕੀ ਹੈ? ਹੁੰਦਾ ਇਹ ਹੈ ਕਿ ਜਾਂ ਤਾਂ ਇਹ ਨਾੜੀ ਬਲੌਕ ਹੋ ਜਾਵੇ, ਇਹਦੇ 'ਚ ਕੋਈ ਕਲੌਟ ਆ ਗਿਆ, ਜਾਂ ਇਹ ਨਾੜੀ ਫਟ ਜਾਵੇ। ਇਹ ਦੋ ਤਰ੍ਹਾਂ ਦੇ ਮੋਟੇ ਸਟ੍ਰੋਕ ਦੀ ਟਾਈਪਸ ਹੈ। ਤੇ ਜ਼ਿਆਦਾਤਰ ਅਸੀਂ ਇਹ ਦੇਖਿਆ ਕਿ ਜਿਹੜੀ ਮੈਜੋਰਟੀ ਆ 80 to 90% ਸਟ੍ਰੋਕ ਉਹ ਨਾੜੀ ਦੇ ਬਲੌਕ ਹੋਣ ਕਰਕੇ ਹੁੰਦੇ ਆ। ਤੇ ਨਾੜੀ ਬਲੌਕ ਹੋ ਜਾਂਦੀ ਹੈ, ਖੂਨ ਦੀ ਸਪਲਾਈ ਬੰਦ ਹੋ ਜਾਂਦੀ ਹੈ, ਉਹਦੇ ਨਾਲ ਉਹ ਏਰੀਆ ਡੈੱਡ ਹੋ ਜਾਂਦਾ। ਅੱਜ ਤੱਕ ਇਹਦਾ ਕੋਈ ਸਾਡੇ ਕੋਲ ਖਾਸ ਟ੍ਰੀਟਮੈਂਟ ਨਹੀਂ ਸੀ। ਪੇਸ਼ੈਂਟ ਸਾਡੇ ਕੋਲ ਆਉਂਦਾ ਸੀ, ਜ਼ਿਆਦਾਤਰ ਉਹਦੀ ਨਾੜੀ ਖੋਲ੍ਹਣ ਦਾ ਕੋਈ ਤਰੀਕਾ ਨਹੀਂ ਸੀ। ਨਾੜੀ ਬਲੌਕ ਹੋਣ ਨਾਲ ਬ੍ਰੇਨ ਦਾ ਇਹ ਹੁੰਦਾ ਸੀ ਕਿ ਜਿਹੜਾ ਏਰੀਆ ਡੈੱਡ ਹੋ ਗਿਆ ਇਹ ਤਾਂ ਹੋ ਗਿਆ, ਹੁਣ ਅਸੀਂ ਬਾਕੀ ਦੇ ਏਰੀਆ ਨੂੰ ਕਿਸ ਤਰ੍ਹਾਂ ਬਚਾ ਸਕਦੇ ਹਾਂ ਕਿ ਉਹਦੇ 'ਤੇ ਅਸਰ ਨਾ ਹੋਵੇ, ਜਾਂ ਜਿਹੜਾ ਡੈੱਡ ਹੋ ਗਿਆ, ਜਿਹੜਾ ਏਰੀਆ ਹੋਰ ਡੈੱਡ ਹੋਣ ਜਾ ਰਿਹਾ, ਉਹਨੂੰ ਕਿੱਦਾਂ ਬਚਾਇਆ ਜਾ ਸਕੇ। ਜਿਹੜਾ ਤਾਂ ਡੈੱਡ ਹੋ ਗਿਆ ਉਹਦੇ ਵਾਸਤੇ ਸਾਡੇ ਕੋਲ ਕੋਈ ਰਸਤਾ ਨਹੀਂ ਸੀਗਾ। ਸੋ ਇਸ ਤਰ੍ਹਾਂ ਇਹ ਮਰੀਜ਼ਾਂ ਨੂੰ ਕਈ ਵਾਰ ਪਰਮਾਨੈਂਟ ਡੈਮੇਜ ਹੋ ਜਾਂਦਾ ਸੀ, ਤੇ ਕਈ ਵਾਰ ਇਹ ਬਹੁਤ ਸਾਰੇ ਮਰੀਜ਼ ਕਹਿ ਲਓ ਕਿ ਆਪਣਾ ਜੋ ਇੱਕ ਤਰ੍ਹਾਂ ਡਿਪੈਂਡੈਂਟ ਹੋ ਜਾਂਦੇ ਸੀ, ਫੈਮਿਲੀ 'ਤੇ ਡਿਪੈਂਡੈਂਟ ਵੀ ਹੋ ਜਾਂਦੇ ਸੀ, ਤੇ ਆਪਣੀ ਇੰਡੀਪੈਂਡੈਂਸ ਲਾਈਫ ਨਹੀਂ ਜੀ ਸਕਦੇ ਸੀ। ਸੋ ਸਟ੍ਰੋਕ ਜਾਂ ਅਧਰੰਗ ਇੱਕ ਬਹੁਤ ਹੀ ਕਾਮਨ ਪ੍ਰੋਬਲਮ ਹੈ, ਬਹੁਤ ਹੀ ਮੰਦਭਾਗੀ ਪ੍ਰੋਬਲਮ ਆ। ਸੋ ਇਹਦੇ 'ਚ ਇਹ ਵੀ ਸਮਝਣ ਦੀ ਲੋੜ ਹੈ ਕਿ ਇਹਦੀ ਪ੍ਰੈਵਲੈਂਸ ਆਪਣੇ ਹਿੰਦੁਸਤਾਨ ਕਹਿ ਲਓ ਜਾਂ ਇੰਡੀਅਨ ਸਬ ਕੰਟੀਨੈਂਟ 'ਚ ਕਹਿ ਲਓ, ਇਹ ਬਾਕੀ ਹਿੱਸਿਆਂ ਨਾਲੋਂ ਕਾਫੀ ਜ਼ਿਆਦਾ ਪਾਈ ਜਾਂਦੀ ਹੈ। ਤੇ ਇੱਕ ਜਿਹੜੀ ਹੋਰ ਅਸੀਂ ਦੇਖੀ ਆ, ਸਾਡੀ ਆਬਜ਼ਰਵੇਸ਼ਨ ਹੈ ਕਿ ਆਪਣੇ ਇਸ ਏਰੀਏ 'ਚ ਈਵਨ ਯੰਗ ਬੰਦਿਆਂ 'ਚ ਸਟ੍ਰੋਕ ਬਹੁਤ ਕਾਮਨ ਪਾਇਆ ਜਾਂਦਾ। ਜਿੱਦਾਂ ਵੈਸਟ ਦੀ ਜਿਹੜੀ ਸਟੱਡੀਜ਼ ਆ ਉਹਨਾਂ 'ਚ ਪਾਇਆ ਗਿਆ ਕਿ ਉੱਥੇ ਸਟ੍ਰੋਕ ਦੀ ਜਿਹੜੀ ਮੋਸਟਲੀ ਜਿਹੜੀ ਉਮਰ ਆ ਉਹ 50 ਤੋਂ 60 ਸਾਲ ਹੈ। ਪਰ ਹੁਣ ਅਸੀਂ ਆਪਣੀ ਡੇ ਟੂ ਡੇ ਪ੍ਰੈਕਟਿਸ ਕੀ ਦੇਖ ਰਹੇ ਹਾਂ ਕਿ ਇੱਥੇ ਕਾਫੀ ਯੰਗ ਲੜਕੇ ਵੀ ਕਹਿ ਲਓ, ਜਾਂ 35 ਸਾਲ 40 ਸਾਲ ਦੀ ਉਮਰ 'ਚ ਵੀ ਲੋਕਾਂ ਨੂੰ ਸਟ੍ਰੋਕ ਦੀ ਪ੍ਰੋਬਲਮ ਆ ਰਹੀ ਹੈ। ਸੋ ਓਵਰਆਲ ਦੁਨੀਆ 'ਚ ਹਰੇਕ 6ਵੇਂ ਬੰਦੇ ਨੂੰ ਸਟ੍ਰੋਕ ਹੋ ਸਕਦਾ। ਇੰਡੀਆ 'ਚ ਕੋਈ 2.5 ਕਰੋੜ ਤੱਕ ਸਟ੍ਰੋਕ ਦੇ ਪੇਸ਼ੈਂਟ ਹੋ ਸਕਦੇ ਇੱਕ ਸਾਲ 'ਚ।
ਸੋ ਕਹਿਣ ਦਾ ਮਤਲਬ ਹੈ ਕਿ ਇਹ ਬੜੀ ਹੀ ਕਾਮਨ ਪ੍ਰੋਬਲਮ ਆ, ਇੱਕ ਤਰ੍ਹਾਂ ਹਰੇਕ ਕਿਸੇ ਨੂੰ ਵੀ ਹੋ ਸਕਦੀ ਹੈ। ਸੋ ਇਹਦੇ ਬਾਰੇ ਸਮਝਣਾ ਬਹੁਤ ਜ਼ਰੂਰੀ ਹੈ ਕਿ ਕੀ ਰਿਸਕ ਫੈਕਟਰ ਨੇ, ਕਿਹਨਾਂ ਨੂੰ ਹੋ ਸਕਦੀ ਆ, ਜੇ ਕਿਸੇ ਨੂੰ ਹੋ ਰਹੀ ਹੈ ਤਾਂ ਕਿੱਦਾਂ ਆਪਾਂ ਉਹਨੂੰ ਮਦਦ ਕਰ ਸਕਦੇ ਹਾਂ ਤਾਂ ਕਿ ਉਹਨੂੰ ਟਾਈਮਲੀ ਇਲਾਜ ਮਿਲ ਜਾਵੇ। ਸੋ ਇਹਦੇ ਕੀ ਰਿਸਕ ਫੈਕਟਰ ਨੇ? ਸਭ ਤੋਂ ਕਾਮਨ ਤਾਂ ਦੇਖੋ ਜੀ, ਰਿਸਕ ਫੈਕਟਰ ਜਿਹੜਾ ਹੈ ਉਹ ਤੁਹਾਡੀ ਉਮਰ ਹੀ ਹੈ। ਇਹਦੇ 'ਚ ਅਸੀਂ ਜਿਹੜੇ ਰਿਸਕ ਫੈਕਟਰ ਇਹਨਾਂ ਨੂੰ ਮੋਟਾ ਦੋ ਤਰ੍ਹਾਂ ਵੰਡ ਲੈਂਦੇ ਹਾਂ। ਜਿਹੜੇ ਰਿਸਕ ਫੈਕਟਰਾਂ ਨੂੰ ਤੁਸੀਂ ਮੋਡੀਫਾਈ ਕਰ ਸਕਦੇ ਆ, ਕੁਝ ਰਿਸਕ ਫੈਕਟਰ ਆ ਜਿਨ੍ਹਾਂ ਨੂੰ ਆਪਾਂ ਚੇਂਜ ਨਹੀਂ ਕਰ ਸਕਦੇ। ਜਿੱਦਾਂ ਹੁਣ ਤੁਹਾਡੀ ਉਮਰ ਅਸੀਂ ਚੇਂਜ ਨਹੀਂ ਕਰ ਸਕਦੇ, ਤੁਹਾਡਾ ਸੈਕਸ ਅਸੀਂ ਚੇਂਜ ਨਹੀਂ ਕਰ ਸਕਦੇ, ਤੁਹਾਡੀ ਫੈਮਿਲੀ ਹਿਸਟਰੀ ਨਹੀਂ ਚੇਂਜ ਕੀਤੀ ਜਾ ਸਕਦੀ। ਇਹ ਸਾਰੇ ਜਿਹੜੇ ਰਿਸਕ ਫੈਕਟਰ ਨੇ ਫਿਕਸ ਨੇ। ਸੋ ਮੋਸਟਲੀ ਜਿੱਦਾਂ ਕਹਿ ਲਓ ਕਿ ਫੀਮੇਲਸ 'ਚ ਰਿਸਕ ਥੋੜ੍ਹਾ ਜ਼ਿਆਦਾ ਹੈ, ਜਿਨ੍ਹਾਂ ਨੂੰ ਫੈਮਿਲੀ ਹਿਸਟਰੀ ਉਹਨਾਂ 'ਚ ਵੀ ਰਿਸਕ ਜ਼ਿਆਦਾ ਹੈ। ਸੋ ਇੱਦਾਂ ਦੇ ਲੋਕ ਜਿਨ੍ਹਾਂ ਨੂੰ ਇੱਦਾਂ ਦੇ ਰਿਸਕ ਫੈਕਟਰ ਨੇ, ਉਹਨਾਂ ਨੂੰ ਥੋੜ੍ਹਾ ਜਿਹਾ ਕੇਅਰਫੁਲ ਰਹਿਣਾ ਚਾਹੀਦਾ, ਉਹਨਾਂ ਨੂੰ ਆਪਣੇ ਰੈਗੂਲਰ ਚੈੱਕਅਪ ਕਰਾਉਂਦੇ ਰਹਿਣਾ ਚਾਹੀਦਾ ਤਾਂ ਕਿ ਇਹ ਫੈਕਟਰਸ ਦੇ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਸਟ੍ਰੋਕ ਤੋਂ ਬਚਾਇਆ ਜਾ ਸਕੇ। ਜਿੱਦਾਂ ਸਾਰੇ ਸਿਆਣੇ ਵੀ ਕਹਿੰਦੇ ਆ ਕਿ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ। ਜਿਹੜੀ ਚੀਜ਼ ਤੋਂ ਬਚਿਆ ਜਾਵੇ ਉਹ ਸਭ ਤੋਂ ਵਧੀਆ ਹੈ, ਪਰ ਹੋ ਸਕਦਾ ਫਿਰ ਵੀ ਜੇ ਪ੍ਰੋਬਲਮ ਆ ਜਾਵੇ ਤਾਂ ਉਹਦਾ ਵੀ ਇਲਾਜ ਕੀਤਾ ਜਾ ਸਕਦਾ। ਸੋ ਪ੍ਰੀਵੈਂਸ਼ਨ 'ਚ ਹੋਰ ਕੀ ਆ? ਕੁਝ ਫੈਕਟਰ ਨੇ ਜਿਨ੍ਹਾਂ ਨੂੰ ਅਸੀਂ ਮੋਡੀਫਾਈ ਕਰ ਸਕਦੇ, ਜਿਨ੍ਹਾਂ ਨੂੰ ਅਸੀਂ ਕੰਟਰੋਲ ਕਰ ਸਕਦੇ। ਉਹਨਾਂ 'ਚ ਸਭ ਤੋਂ ਮੇਨ ਫੈਕਟਰ ਹੈ ਬਲੱਡ ਪ੍ਰੈਸ਼ਰ, ਹਾਈਪਰਟੈਂਸ਼ਨ। ਦੂਜਾ ਹੈ ਨਸ਼ਾ ਕਹਿ ਲਓ, ਸਮੋਕਿੰਗ ਕਹਿ ਲਓ। ਤੀਜਾ ਹੈ ਲੈਕ ਆਫ ਐਕਸਰਸਾਈਜ਼, ਮੋਟਾਪਾ। ਤੇ ਇਹ ਜਿਹੜੇ ਫੈਕਟਰ ਨੇ ਇਹ ਮੋਡੀਫਾਈ ਕੀਤੇ ਜਾ ਸਕਦੇ ਨੇ। ਡਾਈਟ ਹੋ ਗਈ ਆਪਣੀ। ਸੋ ਡਾਈਟ ਇਜ਼ ਆਲਸੋ ਅ ਵੈਰੀ ਬਿਗ ਫੈਕਟਰ। ਕਿਸੇ ਵੀ ਤਰ੍ਹਾਂ ਦਾ ਨਸ਼ਾ ਉਹ ਇਹਦੇ ਰਿਸਕ ਨੂੰ ਵਧਾਉਂਦਾ ਹੈ। ਨਸ਼ਿਆਂ ਤੋਂ ਬਚਣਾ ਬਹੁਤ ਜ਼ਰੂਰੀ ਹੈ। ਯੂਥ ਲਈ ਵੀ ਇਹੀ ਮੈਸੇਜ ਹੈ। ਸੋ ਕੁਝ ਫੈਕਟਰ ਨੇ ਜਿਹੜੇ ਮੋਡੀਫਾਈ ਕੀਤੇ ਜਾ ਸਕਦੇ ਨੇ, ਜਿਨ੍ਹਾਂ ਵਿੱਚ ਮੇਨ ਹੈ ਆਪਣਾ ਨਸ਼ੇ ਹੋ ਗਏ, ਸਮੋਕਿੰਗ ਹੋ ਗਿਆ, ਬਲੱਡ ਪ੍ਰੈਸ਼ਰ ਹੋ ਗਿਆ, ਡਾਈਟਰੀ ਫੈਕਟਰਸ ਨੇ, ਮੋਟਾਪਾ, ਲੈਕ ਆਫ ਐਕਸਰਸਾਈਜ਼। ਸੋ ਜ਼ਿਆਦਾਤਰ ਜੇ ਆਪਾਂ ਹੈਲਦੀ ਲਾਈਫ ਸਟਾਈਲ ਦੇਖੀਏ, ਹੈਲਦੀ ਡਾਈਟ ਲੈ ਰਹੇ ਆ ਤੇ ਰੈਗੂਲਰ ਐਕਸਰਸਾਈਜ਼ ਕਰ ਰਹੇ ਆ, ਸਟ੍ਰੈਸ ਤੋਂ ਬਚ ਰਹੇ। ਇਹ ਮੈਂ ਫੈਕਟਰ ਤੁਹਾਨੂੰ ਦੱਸਣਾ ਭੁੱਲ ਗਿਆ। ਅੱਜ ਕੱਲ੍ਹ ਮਾਡਰਨ ਲਾਈਫ ਸਟਾਈਲ ਜਿੱਦਾਂ ਤੁਸੀਂ ਦੇਖ ਰਹੇ ਆਪਣੇ ਆਲ ਅਰਾਊਂਡ ਟੈਕਨੋਲੋਜੀ ਬਹੁਤ ਵੱਧ ਰਹੀ ਹੈ। ਮੋਬਾਈਲ ਹਰ ਕਿਸੇ ਕੋਲ ਹੈ। ਮੋਬਾਈਲ ਦੀ ਘੰਟੀ ਵੱਜਦੀ ਤਾਂ ਆਪਣਾ BP ਵੱਧ ਜਾਂਦਾ। ਰਾਤ ਨੂੰ ਸੁੱਤੇ ਪਏ ਵੱਜ ਜਾਵੇ ਤਾਂ ਇੱਕਦਮ ਬੰਦਾ ਸਟ੍ਰੈਸਫੁਲ ਹੋ ਜਾਂਦਾ। ਸੋ ਇਹ ਸਾਰੇ ਫੈਕਟਰਸ ਸਟ੍ਰੈਸ ਨੂੰ ਐਡ ਕਰਦੇ ਨੇ। ਮੈਂ ਕਹੂੰਗਾ ਕਿ ਸਟ੍ਰੈਸ ਇੱਕਦਮ ਉੱਪਰ ਹੈ ਇਹਦੇ 'ਚ, ਹਾਈ ਰਿਸਕ 'ਚ। ਪਹਿਲਾਂ ਆਪਾਂ ਸੋਚਦੇ ਸੀ ਬਲੱਡ ਪ੍ਰੈਸ਼ਰ ਹੈ, ਬਲੱਡ ਪ੍ਰੈਸ਼ਰ ਨੂੰ ਵੀ ਸਟ੍ਰੈਸ ਹੀ ਕਰਦਾ ਹੈ। ਸੋ ਸਟ੍ਰੈਸ ਤੋਂ ਬਚਣਾ, ਰੈਗੂਲਰ ਐਕਸਰਸਾਈਜ਼ ਕਰਨਾ, ਹੈਲਦੀ ਲਾਈਫ ਸਟਾਈਲ ਰੱਖਣਾ, ਹੈਲਦੀ ਡਾਈਟ, ਬੈਲੈਂਸ ਡਾਈਟ ਖਾਣਾ, ਇਹ ਸਾਰੀਆਂ ਚੀਜ਼ਾਂ ਦਾ ਜੇ ਧਿਆਨ ਰੱਖਿਆ ਜਾਵੇ ਤਾਂ ਆਪਾਂ ਬਹੁਤ ਹੱਦ ਤੱਕ ਸਟ੍ਰੋਕ ਤੋਂ ਬਚ ਸਕਦੇ ਹਾਂ। ਈਵਨ ਜਿਹੜੇ ਫੈਕਟਰ ਆਪਾਂ ਨਹੀਂ ਵੀ ਮੋਡੀਫਾਈ ਕਰ ਸਕਦੇ, ਉਹਨਾਂ ਦੇ ਹੁੰਦੇ ਹੋਏ ਵੀ ਜੇ ਆਪਾਂ ਇਹਨਾਂ ਫੈਕਟਰਾਂ 'ਤੇ ਧਿਆਨ ਦਈਏ ਤਾਂ ਸਟ੍ਰੋਕ ਤੋਂ ਬਚਿਆ ਜਾ ਸਕਦਾ। ਸੋ ਸਟ੍ਰੋਕ ਜਾਂ ਅਧਰੰਗ ਕਿਸੇ ਨੂੰ ਵੀ ਹੋ ਸਕਦਾ, ਕਿਸੇ ਟਾਈਮ ਵੀ ਹੋ ਸਕਦਾ ਤੇ ਕਿਸੇ ਜਗ੍ਹਾ ਵੀ ਹੋ ਸਕਦਾ। ਹੁਣ ਇਹ ਤਾਂ ਨਹੀਂ ਕਿ ਬਈ ਬੰਦਾ ਹਸਪੀਟਲ ਬੈਠੂਗਾ ਉਹਨੂੰ ਸਟ੍ਰੋਕ ਹੋਊਗਾ ਤੇ ਉਹਦਾ ਪਤਾ ਲੱਗ ਜੂਗਾ। ਜਨਰਲੀ ਇਹੋ ਜਿਹੇ ਲੋਕ ਆਪਣੀ ਫੈਮਿਲੀ 'ਚ ਬੈਠੇ ਹੁੰਦੇ ਨੇ, ਜਾਂ ਕਿਤੇ ਕੋਈ ਫੰਕਸ਼ਨ ਅਟੈਂਡ ਕਰ ਰਹੇ ਨੇ, ਜਾਂ ਕਿਸੇ ਪਰਿਵਾਰ ਦੇ ਨਾਲ ਹੋਰ ਡਿਸਕਸ਼ਨ ਹੋ ਰਹੀ ਹੈ। ਸੋ ਇਹੋ ਜਿਹੇ ਟਾਈਮ ਤੇ ਬੜਾ ਇੰਪੋਰਟੈਂਟ ਹੈ ਕਿ ਸਾਨੂੰ ਐਜ਼ ਏ ਸੋਸਾਇਟੀ, ਐਜ਼ ਏ ਨੇਸ਼ਨ, ਜਾਂ ਜੋ ਵੀ ਜਿੰਨੇ ਵੀ ਪਬਲਿਕ ਹੈ, ਉਹਨਾਂ ਨੂੰ ਇਹਦੇ ਬਾਰੇ ਅਵੇਅਰ ਕੀਤਾ ਜਾਵੇ ਕਿ ਉਹ ਕਿੱਦਾਂ ਪਤਾ ਕਰਨ ਕਿ ਕਿਸ ਬੰਦੇ ਨੂੰ ਸਟ੍ਰੋਕ ਹੋ ਰਿਹਾ ਤੇ ਇਹਨੂੰ ਫਟਾਫਟ ਅਸੀਂ ਹਸਪੀਟਲ ਲੈ ਕੇ ਚੱਲੀਏ। ਉਹਨੂੰ ਟਾਈਮਲੀ ਕੇਅਰ ਮਿਲਣਾ ਬਹੁਤ ਜ਼ਰੂਰੀ ਹੈ। ਟਾਈਮ ਕੈਨ ਮੇਕ ਲੋਟ ਆਫ ਡਿਫਰੈਂਸ। ਟਾਈਮ ਡਿਫਰੈਂਸ ਕਰ ਸਕਦਾ ਕਿ ਇਹ ਮਰੀਜ਼ ਅੱਗੇ ਚੱਲ ਕੇ ਜੀਊਗਾ ਜਾਂ ਇਹ ਬੈੱਡ ਤੇ ਹੀ ਰਹਿ ਜਾਊਗਾ, ਜਾਂ ਉਹ ਇੱਕ ਯੂਸਫੁਲ ਪਾਰਟ ਬਣੂਗਾ ਸੋਸਾਇਟੀ ਦਾ, ਉਹ ਸਾਡਾ ਅੱਗੇ ਚੱਲ ਕੇ ਆਪਣੀ ਨਾਰਮਲ ਜ਼ਿੰਦਗੀ ਜੀ ਸਕਦਾ, ਜਾਂ ਉਹ ਇੱਕ ਡਿਪੈਂਡੈਂਟ ਜ਼ਿੰਦਗੀ ਜੀਊਗਾ ਜਿਹਦੇ 'ਚ ਉਹਦੀ ਫੈਮਿਲੀ 'ਤੇ ਵੀ ਕਾਫੀ ਬਰਡਨ ਹੋਊਗਾ। ਸੋ ਟਾਈਮ ਇਜ਼ ਵੈਰੀ ਇੰਪੋਰਟੈਂਟ। ਇਸ ਨੂੰ ਧਿਆਨ ਰੱਖਦੇ ਹੋਏ ਸਾਡਾ ਇੱਕ ਅਸੀਂ ਬਹੁਤ ਹੀ ਮੈਸਿਵ ਕਹਿ ਲਓ ਜਾਂ ਬਹੁਤ ਹੀ ਵੱਡੇ ਲੈਵਲ 'ਤੇ ਸਾਡਾ ਇਹ ਕੈਂਪੇਨ ਹੈ ਕਿ ਅਸੀਂ ਲੋਕਾਂ ਨੂੰ ਅਵੇਅਰ ਕਰਾਈਏ ਕਿ ਕਿਹੜੇ ਚੀਜ਼ਾਂ ਦਾ ਧਿਆਨ ਰੱਖਣ ਤੇ ਟਾਈਮਲੀ ਉਹ ਬੰਦੇ ਨੂੰ ਮੈਡੀਕਲ ਕੇਅਰ ਮਿਲ ਸਕੇ। ਇਹਦੇ ਵਿੱਚ ਇੱਕ ਸਲੋਗਨ ਜਿਹੜਾ ਇੰਟਰਨੈਸ਼ਨਲੀ ਰਿਕੋਗਨਾਈਜ਼ਡ ਹੈ, ਬਹੁਤ ਹੀ ਫੇਮਸ ਆ, ਉਹ ਹੈ ਜੀ ਬੀ ਫਾਸਟ, BEFAST। ਹੈ ਤਾਂ ਅੰਗਰੇਜ਼ੀ 'ਚ, ਪਰ ਬਹੁਤ ਹੀ ਸਰਲ ਭਾਸ਼ਾ 'ਚ ਇਹਨੂੰ ਸਮਝਾਇਆ ਜਾ ਸਕਦਾ। ਬੀ ਤਾਂ ਹੈ ਜੀ ਬੈਲੈਂਸ, ਕਿਸੇ ਦਾ ਬੈਲੈਂਸ ਵਿਗੜ ਰਿਹਾ ਚੱਲਦੇ ਟਾਈਮ, ਇੱਕ ਪਾਸੇ ਡੋਲ ਰਿਹਾ, ਤਾਂ ਇਹ ਇੱਕ ਤਰ੍ਹਾਂ ਦਾ ਰੈੱਡ ਫਲੈਗ ਕਹਿ ਲਓ ਜਾਂ ਇੱਕ ਅਲਾਰਮਿੰਗ ਸਾਈਨ ਆ, ਇੱਦਾਂ ਦੇ ਬੰਦੇ ਨੂੰ ਸਟ੍ਰੋਕ ਹੋ ਸਕਦਾ ਹੋ ਰਿਹਾ ਹੋਵੇ। ਦੂਜਾ ਹੈ ਜੀ ਆਈਸ, ਜਾਂ ਉਹਨੂੰ ਦੋ ਦਿਖ ਰਹੇ ਨੇ, ਡਿਪਲੋਪੀਆ ਹੋ ਰਿਹਾ, ਅੱਖਾਂ ਦੀ ਰੋਸ਼ਨੀ 'ਚ ਕਮੀ ਆ ਰਹੀ ਹੈ। ਸੋ ਜਿਹੜਾ ਸਲੋਗਨ ਬੀ ਫਾਸਟ ਹੈ, ਇਹਦੇ 'ਚ F ਹੈ ਫੇਸ, ਮੂੰਹ ਦਾ ਟੇਢਾ ਹੋ ਜਾਣਾ। ਇਹ ਬੜਾ ਕਾਮਨ ਜਿਹਾ ਸਿੰਪਟਮ ਹੈ ਸਟ੍ਰੋਕ ਦਾ। ਪਹਿਲਾਂ ਜੀ ਉਹਦਾ ਮੂੰਹ ਟੇਢਾ ਹੋ ਗਿਆ। ਇੱਕ ਹੱਥ ਦੀ ਕਮਜ਼ੋਰੀ, ਉਹ ਕੁਝ ਖਾਣ ਲੱਗਾ ਹੱਥ 'ਚੋਂ ਚੀਜ਼ ਛੁੱਟ ਗਈ, ਜਾਂ ਕੁਝ ਕੰਮ ਕਰ ਰਿਹਾ ਸੀ ਪੈਨ ਛੁੱਟ ਗਿਆ। ਸੋ ਕਿਸੇ ਤਰ੍ਹਾਂ ਦੀ ਵੀ ਹੱਥ 'ਚ ਕਮਜ਼ੋਰੀ ਆ ਰਹੀ ਹੈ, ਸਡਨ ਕਮਜ਼ੋਰੀ ਆ ਰਹੀ ਹੈ, ਤੇ ਉਹ ਵੀ ਇਹਦਾ ਪਾਰਟ ਹੈ। S ਤੋਂ ਹੈਗਾ ਜੀ ਸਪੀਚ, ਜ਼ੁਬਾਨ ਥਥਲਾ ਕੇ ਬੋਲ ਰਿਹਾ ਪੇਸ਼ੈਂਟ, ਉਹ ਜੋ ਕਹਿਣਾ ਕਹਿ ਨਹੀਂ ਚਾਹ ਰਿਹਾ,
ਸਮਝ ਰਿਹਾ ਬਟ ਉਹ ਕੋ ਬੋਲਿਆ ਨਹੀਂ ਜਾ ਰਿਹਾ। ਸੋ ਇਹ ਵੀ ਇੱਕ ਤਰ੍ਹਾਂ ਦਾ ਸਟ੍ਰੋਕ ਦਾ ਵਾਰਨਿੰਗ ਸਾਈਨ ਹੈ। ਤੇ ਇਹਦੇ 'ਚ ਟੀ ਅਸੀਂ ਲਾਸਟ ਜਿੱਦਾਂ ਮੈਂ ਦੱਸਿਆ ਕਿ ਟਾਈਮ ਬਹੁਤ ਇੰਪੋਰਟੈਂਟ ਹੈ। ਟੀ ਇਜ਼ ਆਲਸੋ ਜਿਹੜਾ ਆਪਣਾ ਪਾਰਟ ਆਫ ਸਲੋਗਨ ਹੈ ਕਿ ਬੀ ਫਾਸਟ, ਬੈਲੈਂਸ, ਆਈਸ, ਫੇਸ, ਆਰਮ, ਸਪੀਚ ਤੇ ਟਾਈਮ ਦਾ ਮਤਲਬ ਹੈ ਕਿ ਇਦਾਂ ਦੇ ਜੇ ਕਿਸੇ ਨੂੰ ਸਿੰਪਟਮ ਹੈ, ਕੋਈ ਇਦਾਂ ਦੀ ਵਾਰਨਿੰਗ ਸਾਈਨ ਹੋ ਰਹੇ, ਇੱਕ ਪਾਸਾ ਰੁਕ ਰਿਹਾ, ਜ਼ੁਬਾਨ ਉਹਦੀ ਲੜਖੜਾ ਰਹੀ ਆ, ਅੱਖਾਂ ਅੱਗੇ ਹਨੇਰਾ ਆ ਰਿਹਾ, ਉਹਨੂੰ ਇਮੀਡੀਏਟਲੀ ਹੀ ਨਾਲ ਦੇ ਕਿਸੇ ਹਸਪੀਟਲ ਤੇ ਜਾਂ ਸਾਡੇ ਜਿਹੜੇ ਨੰਬਰ ਦਿੱਤੇ ਗਏ ਨੇ ਇਹਨਾਂ ਤੇ ਉਹਨਾਂ ਨੂੰ ਕੰਟੈਕਟ ਕਰਨਾ ਚਾਹੀਦਾ ਤਾਂ ਕਿ ਅਸੀਂ ਇਮੀਡੀਏਟਲੀ ਇਦਾਂ ਦੇ ਮਰੀਜ਼ਾਂ ਨੂੰ ਜਿਹੜੀ ਮੁੱਢਲੀ ਸਹਾਇਤਾ ਉਹ ਦੇ ਸਕੀਏ। ਸੋ ਮੰਨ ਲਓ ਕਿਸੇ ਨੂੰ ਅਧਰੰਗ ਹੋ ਰਿਹਾ ਜਾਂ ਕੋਈ ਇਦਾਂ ਦੇ ਸਿੰਪਟਮ ਹੋ ਰਹੇ ਜਿਨ੍ਹਾਂ ਬਾਰੇ ਆਪਾਂ ਗੱਲ ਕੀਤੀ, ਕਿਸੇ ਮਰੀਜ਼ ਨੂੰ ਇੱਕ ਪਾਸੇ ਦਾ ਕਮਜ਼ੋਰੀ ਹੋ ਰਹੀ ਹੈ, ਇਮੀਡੀਏਟਲੀ ਹਸਪੀਟਲ ਪਹੁੰਚਣ ਤੇ ਕੀ ਹੋਵੇਗਾ। ਸੋ ਉਹਦਾ ਦੇਖੋ ਹੋ ਸਕਦਾ ਇਹ ਸਟ੍ਰੋਕ ਕਰਕੇ ਹੋ ਸਕਦਾ ਇਹ ਸਿੰਪਟਮ ਕੋਈ ਹੋਰ ਵਜ੍ਹਾ ਵੀ ਹੋ ਸਕਦੀ ਹੈ। ਤੇ ਸਟ੍ਰੋਕ ਨੂੰ ਪਤਾ ਕਰਨ ਦਾ ਸਭ ਤੋਂ ਵਧੀਆ ਤਰੀਕਾ ਸੀਟੀ ਜਾਂ MRI ਹੈ ਜੋ ਕਿ ਇਮੀਡੀਏਟਲੀ ਹੋਣਾ ਚਾਹੀਦਾ। ਤੇ ਸਾਨੂੰ ਬੜੀ ਖੁਸ਼ੀ ਨਾਲ ਦੱਸਣਾ ਪਊਗਾ ਕਿ ਭਈ ਜਿਹੜਾ ਕੰਪਰੀਹੈਂਸਿਵ ਸਟ੍ਰੋਕ ਪ੍ਰੋਗਰਾਮ ਸਤਿਗੁਰੂ ਪ੍ਰਤਾਪ ਹਸਪੀਟਲ 'ਚ ਚੱਲ ਰਿਹਾ ਹੈ, ਇਹਦੇ ਅਧੀਨ ਸਾਡਾ ਜਿਹੜਾ ਸਟ੍ਰੋਕ ਪ੍ਰੋਟੋਕੋਲਸ ਨੇ ਬੜੇ ਸਟ੍ਰਿਕਟ ਨੇ ਤੇ ਬੜੇ ਫਿਕਸ ਨੇ ਕਿ ਸਟ੍ਰੋਕ ਦਾ ਮਰੀਜ਼ ਕੋਈ ਵੀ ਆਵੇ, ਕਿਸੇ ਟਾਈਮ ਵੀ ਆਵੇ, 24 ਘੰਟੇ ਤੁਹਾਡੇ ਕੋਲ ਸਟ੍ਰੋਕ ਟੀਮ ਰੈਡੀ ਰਹੇਗੀ ਜਿਹਦੇ 'ਚ ਸਟ੍ਰੋਕ ਦੇ ਆਪਣੇ ਐਮਰਜੈਂਸੀ ਸਪੈਸ਼ਲਿਸਟ ਹੋ ਗਏ, ਈਵਨ ਜਿਹੜੇ ਐਕਸਰੇ ਜਿਹੜੇ ਆਪਣੇ MRI ਟੈਕਨੀਸ਼ੀਅਨ ਨੇ, CT ਟੈਕਨੀਸ਼ੀਅਨ ਨੇ, ਇੰਟਰਵੈਂਸ਼ਨ ਵਾਲੇ ਡਾਕਟਰ ਨੇ, ਨਿਊਰੋਲੋਜਿਸਟ ਨੇ ਤੇ ਈਵਨ ਨਿਊਰੋ ਸਰਜਨ ਨੇ, ਇਹ 24 ਆਵਰ ਅਵੇਲੇਬਲ ਨੇ ਕਿ ਮਰੀਜ਼ ਦਾ ਕੋਈ ਟਾਈਮ ਨਹੀਂ ਹੈ, ਕਿਸੇ ਵੀ ਟਾਈਮ ਆਏਗਾ ਉਹਨੂੰ ਬੈਸਟ ਤੋਂ ਬੈਸਟ ਕੇਅਰ ਟਾਈਮਲੀ ਬਹੁਤ ਜਲਦ ਤੋਂ ਜਲਦ ਮਿਲੇ ਤਾਂ ਕਿ ਜਿਹੜੀ ਉਹਦੇ ਸੈੱਲ ਬ੍ਰੇਨ ਦੇ ਹੈ ਉਹਨਾਂ ਨੂੰ ਬਚਾਇਆ ਜਾ ਸਕੇ। ਇੱਕ ਸਟੱਡੀ ਦੇ ਅਨੁਸਾਰ 1 ਮਿੰਟ ਦੇ ਵਿੱਚ ਕੋਈ 20 ਲੱਖ ਸੈੱਲ ਜਿਹੜੇ ਬ੍ਰੇਨ ਦੇ ਆ ਉਹ ਡੈਡ ਹੋ ਜਾਂਦੇ ਆ। ਸੋ ਤੁਸੀਂ ਸਮਝ ਸਕਦੇ ਹੋ ਕਿ ਇਹਦੇ 'ਚ ਟਾਈਮ ਕਿੰਨਾ ਜ਼ਰੂਰੀ ਹੈ। ਐਵਰੀ ਮਿੰਟ ਕਾਊਂਟਸ। ਸੋ ਜਿੰਨੀ ਛੇਤੀ ਉਹਦੀ ਪ੍ਰੋਪਰ ਟਰੀਟਮੈਂਟ ਮਿਲੂਗਾ ਉਹ ਸਾਰੇ ਸੈੱਲ ਬਚਾਏ ਜਾ ਸਕਦੇ ਆ ਤੇ ਬ੍ਰੇਨ ਨੂੰ ਇੱਕ ਪਰਮਾਨੈਂਟ ਡੈਮੇਜ ਹੋਣ ਤੋਂ ਬਚਾਇਆ ਜਾ ਸਕਦਾ। ਸਟ੍ਰੋਕ ਦੇ ਲਈ CT ਜਾਂ MRI ਤੋਂ ਸਾਨੂੰ ਪਤਾ ਲੱਗ ਜਾਂਦਾ ਬ੍ਰੇਨ ਦਾ ਕਿਹੜਾ ਏਰੀਆ ਅਫੈਕਟਡ ਹੈ ਤੇ ਉਹ ਕਿੰਨਾ ਕੁ ਬ੍ਰੇਨ ਅਫੈਕਟਡ ਹੈ ਤੇ ਕੀ ਉਹਦੇ ਲਈ ਬੈਸਟ ਪੋਸੀਬਲ ਟਰੀਟਮੈਂਟ ਹੈ। ਜੇ ਉਹਦੇ 'ਚ ਸਾਨੂੰ ਪਤਾ ਲੱਗਦਾ ਕਿ ਨਾੜੀ ਬਲੌਕ ਹੈ ਤਾਂ ਉਹਨੂੰ ਨਾੜੀ ਨੂੰ ਖੋਲ੍ਹਣ ਲਈ ਕੀ ਕੀਤਾ ਜਾ ਸਕਦਾ। ਜੇ ਸਾਨੂੰ ਲੱਗਦਾ ਨਾੜੀ ਫਟ ਗਈ ਹੈ ਜਾਂ ਉਹਦੇ 'ਚ ਕਲੌਟ ਬਣ ਗਿਆ, ਇਮੀਡੀਏਟਲੀ ਜੇ ਉਹਨੂੰ ਸਰਜਰੀ ਦੀ ਲੋੜ ਆ ਤਾਂ ਆਪਰੇਸ਼ਨ ਥੀਏਟਰ ਵਿੱਚ ਸ਼ਿਫਟ ਕੀਤਾ ਜਾ ਸਕਦਾ। ਸੋ ਇਹਦੇ 'ਚ ਹੁਣ ਇੱਕ ਬੜੀ ਜ਼ਰੂਰੀ ਗੱਲ ਜਿਹੜੀ ਮੈਂ ਦੱਸਣ ਜਾ ਰਿਹਾ ਹਾਂ ਜੋ ਕਿ ਇੱਕ ਤਰ੍ਹਾਂ ਕਹਿ ਲਓ ਕਿ ਪੂਰੀ ਇਨੋਵੇਟਿਵ ਰੈਵੋਲੂਸ਼ਨਰੀ ਟੈਕਨੀਕ ਹੈ ਜਿਸ ਨੇ ਸਟ੍ਰੋਕ ਟਰੀਟਮੈਂਟ ਨੂੰ ਵਰਲਡ ਓਵਰ ਪੂਰਾ ਚੇਂਜ ਕਰ ਦਿੱਤਾ ਹੈ। ਜੋ ਅੱਜ ਤੱਕ ਸਿਰਫ ਅਸੀਂ ਸੋਚ ਰਹੇ ਸੀ ਜਾਂ ਜੋ ਇੱਕ ਕਹਿ ਲਓ ਕਿ ਇੱਕ ਮਨ ਵਿੱਚ ਸੀਗਾ ਕਿ ਵੀ ਇਦਾਂ ਵੀ ਹੋ ਸਕਦਾ, ਕੀ ਨਾੜੀ ਨੂੰ ਖੋਲ੍ਹਿਆ ਜਾ ਸਕਦਾ, ਕੀ ਨਾੜੀ ਨੂੰ ਦੁਬਾਰਾ ਖੂਨ ਜਿਹੜਾ ਆਪਣਾ ਫਲੋ ਆ ਉਹਨੂੰ ਦੁਬਾਰਾ ਰਿਸਟੋਰ ਕੀਤਾ ਜਾ ਸਕਦਾ। ਤੇ ਮੈਨੂੰ ਬੜੀ ਖੁਸ਼ੀ ਹੈ ਤੇ ਮੈਂ ਤੁਹਾਨੂੰ ਬੜੇ ਕੌਨਫੀਡੈਂਸ ਨਾਲ ਦੱਸਣਾ ਚਾਹੁੰਦਾ ਕਿ ਜੋ ਲੇਟੈਸਟ ਟੈਕਨੋਲੋਜੀ ਹੈ, ਜੋ ਲੇਟੈਸਟ ਐਡਵਾਂਸਿਸ ਹੋਈਆਂ ਨੇ ਸਟ੍ਰੋਕ ਦੇ ਫੀਲਡ 'ਚ, ਹੁਣ ਇਹ ਪੋਸੀਬਲ ਹੈ ਕਿ ਇਹ ਨਾੜੀ ਜਿਹੜੀ ਬਲੌਕ ਹੋ ਗਈ ਹੈ, ਜੇ 6 ਕਹਿ ਲਓ ਕਿ 12 ਤੋਂ ਈਵਨ 24 ਘੰਟੇ ਤੱਕ ਵੀ ਮਰੀਜ਼ ਸਾਡੇ ਕੋਲ ਆ ਜਾਵੇ, ਇਹ ਨਾੜੀ ਨੂੰ ਹੁਣ ਖੋਲ੍ਹਿਆ ਜਾ ਸਕਦਾ। ਹੁਣ ਤੁਸੀਂ ਪੁੱਛੋਗੇ ਨਾੜੀ ਖੋਲ੍ਹਣ ਦਾ ਕੀ ਫਾਇਦਾ ਹੈ। ਸੋ ਇਹ ਨਾੜੀ ਖੋਲ੍ਹਣ ਦੇ ਬਹੁਤ ਫਾਇਦੇ ਨੇ। ਜਿਹੜਾ ਖੂਨ ਦਿਮਾਗ ਨੂੰ ਜਾਣਾ ਬੰਦ ਹੋ ਗਿਆ ਸੀ ਤੇ ਕੁਝ ਸੈੱਲ ਤਾਂ ਦੇਖੋ ਡੈਡ ਹੋ ਜਾਂਦੇ ਆ, ਬਟ ਬਹੁਤ ਸਾਰੇ ਸੈੱਲ ਹੁੰਦੇ ਆ ਜਿਨ੍ਹਾਂ ਨੂੰ ਨਿਊਟ੍ਰੀਸ਼ਨ ਜਾਂ ਬਲੱਡ ਨਾ ਮਿਲਣ ਕਰਕੇ ਉਹ ਡੈਡ ਨਹੀਂ ਹੁੰਦੇ, ਪਰ ਉਹ ਡੈਡ ਹੋ ਜਾਊਗੇ ਜੇ ਉਹਨਾਂ ਨੂੰ ਟਾਈਮਲੀ ਬਲੱਡ ਫਲੋ ਨਾ ਮਿਲਿਆ। ਸੋ ਜੇ ਇਹ ਨਾੜੀ ਖੋਲ੍ਹ ਦਿੱਤੀ ਜਾਵੇ ਤਾਂ ਉਹ ਸਾਰੇ ਸੈੱਲ ਬਚਾਏ ਜਾ ਸਕਦੇ ਆ ਤੇ ਈਵਨ ਉਹ ਪੇਸ਼ੈਂਟ ਦਾ ਜਿਹੜਾ ਪਾਸਾ ਰੁਕ ਗਿਆ ਸੀ ਉਹ ਦੁਬਾਰਾ ਚਲਾਇਆ ਜਾ ਸਕਦਾ। ਸੋ ਮਤਲਬ ਇਹਦੇ 'ਚ ਸਮਝਣ ਦੀ ਲੋੜ ਹੈ ਕਿ ਜਿਹੜੀ ਚੀਜ਼ ਆਪਾਂ ਪਹਿਲਾਂ ਆਪਾਂ ਸੁਣਦੇ ਸੀ ਰੰਗ ਦਾ ਅਟੈਕ ਹੋ ਗਿਆ, ਇੱਕ ਪਾਸਾ ਰੁਕ ਗਿਆ, ਇਹ ਕਦੀ ਠੀਕ ਨਹੀਂ ਹੋਣਾ, ਹੁਣ ਉਹ ਔਨ ਟੇਬਲ ਤੁਹਾਡੇ ਅੱਖਾਂ ਦੇ ਸਾਹਮਣੇ ਉਹਦੀ ਹਰਕਤ ਨੂੰ ਵਾਪਸ ਲਿਆਇਆ ਜਾ ਸਕਦਾ। ਸੋ ਮੈਂ ਤਾਂ ਕਹਾਂਗਾ ਇੱਕ ਇਹ ਬਹੁਤ ਹੀ ਲੇਟੈਸਟ ਇਹ ਜਿਹੜੀ ਇਸ ਕਹਿ ਲਓ ਕਿ ਸਾਲ ਦੀ ਜਾਂ ਇਸ 10 ਡੈਕੇਡ ਦੀ ਸਭ ਤੋਂ ਵੱਡੀ ਖੋਜ ਹੈ। ਇਟ ਵਿਲ ਟੋਟਲੀ ਚੇਂਜ, ਮਤਲਬ ਪੂਰਾ ਡਰਾਸਟਿਕਲੀ ਚੇਂਜ ਆ ਜਾਏਗੀ ਸਟ੍ਰੋਕ ਮੈਨੇਜਮੈਂਟ 'ਚ। ਤੇ ਬਹੁਤ ਸਾਰੇ ਸੈਂਟਰ ਜਿੱਦਾਂ ਵੱਡੇ ਵੱਡੇ ਮੁਲਕਾਂ 'ਚ ਜਾਂ ਵੱਡੇ ਵੱਡੇ ਸ਼ਹਿਰਾਂ 'ਚ ਇਹ ਟਰੀਟਮੈਂਟ ਆਲਰੇਡੀ ਚੱਲ ਰਿਹਾ ਹੈ। ਹੁਣ ਸਾਨੂੰ ਬੜੀ ਖੁਸ਼ੀ ਹੈ ਕਿ ਬਈ ਇਹ ਜਿਹੜਾ ਟਰੀਟਮੈਂਟ ਹੈ ਪੰਜਾਬ ਦੇ ਵਿੱਚ ਕਹਿ ਲਓ ਜਾਂ ਇਸ ਨਾਰਥ ਰੀਜਨ 'ਚ ਫਸਟ ਟਾਈਮ ਆਪਾਂ ਸਤਿਗੁਰੂ ਪ੍ਰਤਾਪ ਸਿੰਘ ਹਸਪੀਟਲ 'ਚ ਵੀ ਅਵੇਲੇਬਲ ਹੈ ਤੇ ਇਹ ਟੈਕਨੀਕ ਵੀ ਅਵੇਲੇਬਲ ਹੈ, ਇਕਵਿਪਮੈਂਟ ਵੀ ਅਵੇਲੇਬਲ ਹੈ ਤੇ ਜਿਹੜੇ ਡਾਕਟਰ ਇਹ ਕਰਨੇ ਉਹ ਫੁੱਲੀ ਟ੍ਰੇਨਡ ਡਾਕਟਰ ਵੀ ਸਾਡੇ ਕੋਲ ਅਵੇਲੇਬਲ ਨੇ ਤਾਂ ਕਿ ਟਾਈਮਲੀ ਇਹਨਾਂ ਮਰੀਜ਼ਾਂ ਨੂੰ ਇਸ ਚੀਜ਼ ਦਾ ਫਾਇਦਾ ਦਿੱਤਾ ਜਾ ਸਕੇ। ਸੋ ਆਪਾਂ ਬਹੁਤ ਵਾਰ ਸੁਣਿਆ ਕਿ ਜਦੋਂ ਸਟ੍ਰੋਕ ਦਾ ਮਰੀਜ਼ ਆਉਂਦਾ ਸੀ ਉਹਨੂੰ ਇੱਕ ਟੀਕਾ ਲੱਗਦਾ ਜੀ, ਉਹ ਟੀਕਾ ਲਾ ਦਿਓ ਤਾਂ ਉਹਦੀ ਨਾੜੀ ਨੂੰ ਦੁਬਾਰਾ ਖੋਲ੍ਹਿਆ ਜਾ ਸਕਦਾ। ਪਰ ਉਹ ਟੀਕਾ ਜਿਹੜਾ ਸੀ ਉਹਦੀ ਇੱਕ ਪ੍ਰੋਬਲਮ ਸੀ ਕਿ ਉਹ ਸਾਨੂੰ 3 ਜਾਂ 4 ਘੰਟੇ ਦੇ ਅੰਦਰ ਅੰਦਰ ਦੇਣਾ ਪੈਂਦਾ ਸੀ। ਸੋ ਹੁੰਦਾ ਕੀ ਸੀ ਆਪਣਾ ਜਿੱਦਾਂ ਤੁਸੀਂ ਦੇਖ ਰਹੇ ਹੋ ਕਿ ਇੰਡੀਆ 'ਚ ਕੀ ਹੁੰਦਾ ਕਿ ਮਰੀਜ਼ ਪਹਿਲਾਂ ਛੋਟੇ ਡਾਕਟਰ ਕੋਲ ਜਾਂਦਾ, ਫਿਰ ਉਹ ਦੂਜੇ ਹਸਪਤਾਲ ਭੇਜਦਾ, ਫਿਰ ਉਹ ਤੀਜੇ ਭੇਜਦਾ, ਇਸ ਦੌਰਾਨ ਉਹਦਾ CT MRI ਹੁੰਦਾ।
ਤੇ ਬਹੁਤ ਵਾਰ ਕੀ ਹੁੰਦਾ ਸੀ, ਇਹ 3-4 ਘੰਟੇ ਦੀ ਜਿਹੜੀ ਵਿੰਡੋ ਸੀ ਇਹ ਸਾਡੀ ਮਰੀਜ਼ ਬਹੁਤ ਘੱਟ ਪਹੁੰਚ ਪਾਉਂਦੇ ਸੀ। ਤੇ ਬਹੁਤ ਵਾਰ ਇਹ ਵੀ ਦੇਖਿਆ ਗਿਆ ਕਿ ਜਦੋਂ ਅਸੀਂ ਟੀਕਾ ਦੇ ਵੀ ਦਿੰਦੇ ਹਾਂ ਤੇ ਕਈ ਵਾਰ ਉਹ ਨਾੜੀ ਨਹੀਂ ਖੁੱਲਦੀ, ਬਲਕਿ ਉੱਥੇ ਬਲੀਡਿੰਗ ਹੋ ਜਾਂਦੀ ਹੈ। ਸੋ ਉਹਦੇ ਰਿਸਕ ਵੀ ਸੀ। ਪਰ ਹੁਣ ਇਹ ਜਿਹੜੀ ਨਵੀਂ ਟੈਕਨੀਕ ਆਈ ਹੈ, ਇਹਦੇ ਨਾਲ ਜਿਹੜੀ ਇਹ ਵਿੰਡੋ ਆ ਇਹ ਹੁਣ 3-4 ਘੰਟੇ ਤੋਂ ਵੱਧ ਕੇ 12 ਤੋਂ 24 ਘੰਟੇ ਹੋ ਗਈ ਹੈ। ਤੋ ਇਹ 12 ਤੋਂ 24 ਘੰਟੇ 'ਚ ਮੈਨੂੰ ਲੱਗਦਾ ਬਹੁਤ ਸਾਰੇ ਅਧਰੰਗ ਦੇ ਮਰੀਜ਼ ਜਿਹੜੇ ਹਸਪੀਟਲ 'ਚ ਪਹੁੰਚ ਜਾਂਦੇ ਨੇ ਤੇ ਉਹਨਾਂ ਨੂੰ ਇਸ ਚੀਜ਼ ਦਾ ਫਾਇਦਾ ਦਿੱਤਾ ਜਾ ਸਕਦਾ। ਸੋ ਜਿਸ ਤਰ੍ਹਾਂ ਮੈਂ ਗੱਲ ਕੀਤੀ ਹੈ, ਜਿਹੜੀ ਨਵੀਂ ਕਹਿ ਲਓ ਕਿ ਐਡਵਾਂਸ ਟੈਕਨੀਕ ਹੁਣ ਆ ਗਈ ਹੈ ਸਟ੍ਰੋਕ ਮੈਨੇਜਮੈਂਟ 'ਚ, ਇਹ ਟੈਕਨੀਕ ਬਾਰੇ ਥੋੜ੍ਹਾ ਜਿਹਾ ਮੈਂ ਤੁਹਾਨੂੰ ਬਰੀਫਲੀ ਦੱਸਣਾ ਚਾਹੂੰਗਾ ਕਿ ਐਗਜ਼ੈਕਟਲੀ ਕੀ ਕਰ ਰਹੇ ਹਾਂ ਤੇ ਕਿਸ ਤਰ੍ਹਾਂ ਕਰ ਰਹੇ ਹਾਂ ਤੇ ਕਿਸ ਤਰ੍ਹਾਂ ਇਹ ਟੈਕਨੀਕ ਹੁੰਦੀ ਹੈ। ਇਹਦੇ 'ਚ ਦੇਖੋ ਕੋਈ ਐਡੀ ਕੋਈ ਵੱਡਾ ਕੋਈ ਅਸੀਂ ਆਪਰੇਸ਼ਨ ਨਹੀਂ ਕਰਨਾ, ਕੋਈ ਸਿਰ ਨਹੀਂ ਖੋਲ੍ਹਣਾ, ਬੜੀ ਹੀ ਬਹੁਤ ਹੀ ਕਹਿ ਲਓ ਕਿ ਮਿਨੀਮਲੀ ਇਨਵੇਸਿਵ ਟੈਕਨੀਕ ਹੈ। ਤੇ ਕਹਿ ਲਓ ਕਿ ਹੁਣ ਜਿਹੜੇ ਇਕਵਿਪਮੈਂਟ ਹੈ ਇੰਨਾ ਐਡਵਾਂਸ ਹੋ ਗਿਆ ਹੈ ਤੇ ਕੈਥੇਟਰ ਵਗੈਰਾ ਜੋ ਵੀ ਸਮਾਨ ਇਹਦੇ ਲਈ ਹੈ ਉਹ ਇੰਨਾ ਵਧੀਆ ਬਣ ਚੁੱਕਿਆ ਕਿ ਇੱਕ ਛੋਟਾ ਜਿਹਾ ਚੀਰਾ ਆਪਾਂ ਕਹਿ ਲਓ ਤੁਹਾਡੇ ਲੱਤ ਦੀ ਜਿੱਥੇ ਨਾੜ ਆ ਉੱਥੇ ਲੱਗਦਾ, ਉਹਦੇ ਥਰੂ ਅਸੀਂ ਇੱਕ ਤਾਰ ਪਾਉਂਦੇ ਹਾਂ। ਉਹ ਤਾਰ ਪਾ ਕੇ ਫਿਰ ਅਸੀਂ ਥਰੂ ਐਂਜੀਓਗ੍ਰਾਫੀ, ਜਿਸ ਤਰ੍ਹਾਂ ਆਪਾਂ ਹਾਰਟ ਦੀ ਐਂਜੀਓਗ੍ਰਾਫੀ ਕਰਦੇ ਹਾਂ ਉਸ ਤਰ੍ਹਾਂ ਹੀ ਇਹ ਤਾਰ ਤੁਹਾਡੀ ਦਿਮਾਗ ਦੀ ਜਿਹੜੀ ਨਾੜੀ ਬਲੌਕ ਆ ਉੱਥੇ ਤੱਕ ਪਹੁੰਚਾਈ ਜਾਂਦੀ ਹੈ। ਫਿਰ ਤਾਰ ਦੇ ਥਰੂ ਇੱਕ ਕੈਥੇਟਰ ਪਾਇਆ ਜਾਂਦਾ, ਉਹ ਕੈਥੇਟਰ ਦੇ ਥਰੂ ਵੀ ਇੱਕ ਹੋਰ ਤਾਰ ਪਾ ਕੇ ਉਹ ਕਲੌਟ ਨੂੰ ਖਿੱਚ ਲਿਆ ਜਾਂਦਾ ਤੇ ਇਮੀਡੀਏਟਲੀ ਔਨ ਟੇਬਲ ਤੁਸੀਂ ਡਾਈ ਦੇਖ ਕੇ ਦੇਖ ਸਕਦੇ ਕਿ ਨਾੜੀ ਖੁੱਲ ਗਈ ਹੈ ਜਾਂ ਪੂਰੀ ਹਲੇ ਨਹੀਂ ਖੁੱਲੀ। ਸਪੋਜ਼ ਨਹੀਂ ਖੁੱਲਦੀ ਤਾਂ ਇੱਕ ਵਾਰ ਉਹਨੂੰ ਫਿਰ ਕੱਢਿਆ ਜਾ ਸਕਦਾ ਤੇ ਤੁਹਾਨੂੰ ਉੱਥੇ ਹੀ ਪਤਾ ਲੱਗ ਜਾਂਦਾ, ਤੁਸੀਂ ਲਾਈਵ ਦੇਖ ਸਕਦੇ ਹੋ ਕਿ ਵੀ ਨਾੜੀ ਖੁੱਲ ਗਈ ਹੈ ਤੇ ਈਵਨ ਉਸੇ ਟਾਈਮ ਤੁਸੀਂ ਪੇਸ਼ੈਂਟ 'ਚ ਇੰਪਰੂਵਮੈਂਟ ਵੀ ਨੋਟ ਕਰ ਸਕਦੇ ਹੋ। ਸੋ ਬੜੀ ਹੀ ਇਨੋਵੇਟਿਵ ਟੈਕਨੀਕ ਹੈ ਤੇ ਬੜੀ ਹੀ ਕਹਿ ਲਓ ਕਿ ਸੇਫ ਟੈਕਨੀਕ ਹੈ, ਕਿਉਂਕਿ ਜਿਹੜੀ ਦੇਖੋ ਨਾੜੀ ਤਾਂ ਹੁਣ ਆਲਰੇਡੀ ਬਲੌਕ ਹੋ ਗਈ, ਜਿਹੜਾ ਡੈਮੇਜ ਹੋਣਾ ਸੀ ਉਹ ਤਾਂ ਹੋ ਚੁੱਕਾ। ਸੋ ਇਹ ਹੋਰ ਡੈਮੇਜ ਹੋਣ ਦੇ ਚਾਂਸਸ ਤਾਂ ਬਹੁਤ ਘੱਟ ਨੇ, ਤੁਸੀਂ ਸਿਰਫ ਉਹਨੂੰ ਖੋਲ੍ਹ ਹੀ ਸਕਦੇ ਹੋ, ਹੋਰ ਬੰਦ ਤਾਂ ਨਹੀਂ ਕਰਾਂਗੇ। ਸੋ ਇੱਕ ਤਰ੍ਹਾਂ ਕਾਫੀ ਸੇਫ ਹੈ ਤੇ ਬਿਨਾਂ ਕਿਸੇ ਕਹਿ ਲਓ ਕਿ ਪੇਸ਼ੈਂਟ ਨੂੰ ਤਕਲੀਫ ਕੀਤੇ, ਈਵਨ ਕਹਿ ਲਓ ਕਿ ਇਹਦੇ ਲਈ ਸਾਨੂੰ ਕਈ ਵਾਰ ਅਸੀਂ ਬਿਨਾਂ ਬੇਹੋਸ਼ ਕੀਤੇ ਵੀ ਕਰ ਸਕਦੇ ਹਾਂ ਤਾਂ ਕਿ ਸਾਨੂੰ ਪਤਾ ਲੱਗ ਸਕੇ ਪੇਸ਼ੈਂਟ 'ਚ ਇੰਪਰੂਵਮੈਂਟ ਹੋ ਰਹੀ ਹੈ ਜਾਂ ਨਹੀਂ, ਅਸੀਂ ਉਹਨੂੰ ਲਾਈਵ ਅਸੈਸ ਵੀ ਕਰ ਸਕਦੇ ਹਾਂ। ਸੋ ਇਹ ਜਿਹੜੀ ਟੈਕਨੀਕ ਆ ਇਹਦਾ ਵੱਧ ਤੋਂ ਵੱਧ ਲੋਕਾਂ ਨੂੰ ਫਾਇਦਾ ਪਹੁੰਚੇ, ਵੱਧ ਤੋਂ ਵੱਧ ਇਹਦੇ ਬਾਰੇ ਅਵੇਅਰਨੈਸ ਹੋਵੇ। ਅਸੀਂ ਇਹਦੇ ਵਾਸਤੇ ਡਿਫਰੈਂਟ ਮੀਡੀਆਸ ਜਾਂ ਡਿਫਰੈਂਟ ਤਰੀਕੇ ਨਾਲ ਅਸੀਂ ਤੁਹਾਡੇ ਤੱਕ ਪਹੁੰਚਣ ਦੀ ਕੋਸ਼ਿਸ਼ ਕਰਾਂਗੇ। ਪਰ ਇਹਦੇ 'ਚ ਸਭ ਤੋਂ ਜ਼ਰੂਰੀ ਹੈ ਕਿ ਬਈ ਆਪਾਂ ਐਜੂਕੇਟ ਕਰੀਏ ਸੋਸਾਇਟੀ ਨੂੰ ਤਾਂ ਕਿ ਉਹ ਟਾਈਮਲੀ ਇੱਦਾਂ ਦੇ ਮਰੀਜ਼ ਨੂੰ ਸਾਡੇ ਕੋਲ ਪਹੁੰਚਾ ਸਕਣ।